ਸਤਿ ਸ੍ਰੀ ਅਕਾਲ ਜੀ। ਜੋ ਮੇਰੇ ਨਾਲ ਇਸ ਸਫ਼ਰ ਤੋਂ ਸ਼ੁਰੂ ਤੋਂ ਜੁੜੇ ਹਨ ਉਹਨਾਂ ਨੂੰ ਮੇਰੀ ਜ਼ਿੰਦਗੀ ਦੇ ਸਫ਼ਰ ਬਾਰੇ ਪਤਾ ਲੱਗ ਚੁੱਕਾ ਹੈ। ਪਹਿਲੇ 3 ਭਾਗਾਂ ਵਿੱਚ ਮੈਂ ਆਪਣੇ ਬਚਪਨ ਨੂੰ ਸਾਂਝਾ ਕੀਤਾ। ਚਲੋ ਹੁਣ ਆਪਾਂ ਅੱਗੇ ਵਧਦੇ ਹਾਂ। ਜਦੋਂ ਮੈਂ 10ਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਰੋਜ਼ਾਨਾ ਮੇਰਾ ਸਿਰ ਦਰਦ ਕਰਨ ਲੱਗ ਪਿਆ। ਕਈ ਦਿਨ ਲਗਾਤਾਰ ਸਿਰ ਦਰਦ ਕਰਦਾ ਰਿਹਾ ਅਤੇ ਮੇਰੇ ਦਾਦਾ ਜੀ ਮੈਨੂੰ ਸਾਡੇ ਫੈਮਿਲੀ ਡਾਕਟਰ ਪਾਸ ਲੈ ਗਏ। ਤਾਂ ਉਹਨਾਂ ਨੇ ਮੈਨੂੰ ਦਵਾਈ ਤਾਂ ਦੇ ਦਿੱਤੀ, ਪਰੰਤੂ ਦਾਦਾ ਜੀ ਨੂੰ ਕਹਿ ਦਿੱਤਾ ਕਿ ਲੜਕੀ ਦੀ ਅੱਖਾਂ ਦੀ ਰੋਸ਼ਨੀ ਜ਼ਰੂਰ ਟੈਸਟ ਕਰਵਾਓ, ਮਤਲਬ ਨਿਗਾਹ। 5-7 ਦਿਨ ਦਵਾਈ ਖਾਧੀ। ਜਦ ਗੋਲੀ ਲੈ ਲੈਣੀ, ਥੋੜ੍ਹਾ ਸਿਰ ਦਰਦ ਕਰਨ ਤੋਂ ਘਟ ਜਾਣਾ, ਫਿਰ ਦੁਬਾਰਾ ਸਿਰ ਦੁਖਣ ਲੱਗ ਪੈਣਾ। ਫਿਰ ਦਾਦਾ ਜੀ ਮੈਨੂੰ ਇੱਕ ਦਿਨ ਸਕੂਲ ਤੋਂ ਛੁੱਟੀ ਕਰਵਾ ਕੇ ਰਜਿੰਦਰਾ ਹਸਪਤਾਲ ਵਿਖੇ ਮੇਰੀ ਅੱਖਾਂ ਦੀ ਨਿਗਾਹ ਟੈਸਟ ਕਰਾਉਣ ਲਈ ਲੈ ਗਏ। ਇਸ ਤੋਂ ਪਹਿਲਾਂ ਮੈਂ ਕਦੇ ਹਸਪਤਾਲ ਨਹੀਂ ਸੀ ਗਈ। ਜਦ ਮੈਂ ਉੱਥੇ ਚਿੱਟਾ ਫਰਾਕ, ਐਪਰਨ, ਪੈਰਾਂ ਵਿੱਚ ਲੰਬੀਆਂ ਜਰਾਬਾਂ ਅਤੇ ਸਿਰ 'ਤੇ ਟੋਪੀ ਲੈ ਕੇ ਫਿਰਦੀਆਂ ਕੁੜੀਆਂ ਦੇਖੀਆਂ ਤਾਂ ਮੈਨੂੰ ਉਹ ਬਹੁਤ ਸੋਹਣੀਆਂ ਲੱਗੀਆਂ। ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਕੁੜੀਆਂ ਕੀ ਕਰਦੀਆਂ ਹਨ, ਤਾਂ ਦਾਦਾ ਜੀ ਨੇ ਦੱਸਿਆ ਕਿ ਬੇਟਾ ਇਹ ਨਰਸਾਂ ਹਨ ਅਤੇ ਮਰੀਜ਼ਾਂ ਦੀ ਦੇਖਭਾਲ ਕਰਦੀਆਂ ਹਨ। ਤਾਂ ਮੇਰੇ ਮੂੰਹੋਂ ਇੱਕਦਮ ਨਿਕਲ ਗਿਆ, ਬਾਬਾ ਜੀ ਮੈਂ ਵੀ ਨਰਸ ਹੀ ਬਣੂੰਗੀ। ਤਾਂ ਬਾਬਾ ਜੀ ਨੇ ਕਹਿ ਦਿੱਤਾ ਕਿ ਠੀਕ ਹੈ, ਪਹਿਲਾਂ ਪੜ੍ਹਾਈ ਪੂਰੀ ਕਰੋ। ਸੋ ਅਸੀਂ ਨਿਗਾਹ ਟੈਸਟ ਕਰਾਈ ਤਾਂ ਡਾਕਟਰ ਨੇ ਮੈਨੂੰ ਐਨਕ ਲਗਵਾਉਣ ਲਈ ਕਿਹਾ। ਅਸੀਂ ਐਨਕ ਬਣਵਾ ਕੇ ਪਿੰਡ ਨੂੰ ਚਲੇ ਗਏ। ਮੈਂ ਹਰ ਸਮੇਂ ਐਨਕ ਲਾਉਣ ਲੱਗ ਪਈ। 5-7 ਦਿਨ ਮਗਰੋਂ ਐਨਕ ਮੈਨੂੰ ਸੈੱਟ ਆ ਗਈ ਅਤੇ ਮੇਰਾ ਸਿਰ ਦਰਦ ਕਰਨ ਤੋਂ ਹਟ ਗਿਆ। ਮੈਂ ਜਾ ਕੇ ਆਪਣੀਆਂ ਭੈਣਾਂ ਨੂੰ ਵੀ ਕਹਿ ਦਿੱਤਾ ਕਿ ਮੈਂ ਨਰਸ ਬਣਨਾ ਹੈ ਅਤੇ ਲੋਕਾਂ ਦੀ ਸੇਵਾ ਕਰਨੀ ਹੈ। ਪਹਿਲਾਂ ਤਾਂ ਉਹ ਸੁਣ ਕੇ ਹੈਰਾਨ ਹੋ ਗਈਆਂ ਕਿ ਤੂੰ ਕੀ ਕਹਿ ਰਹੀ ਹੈ। ਬਾਪੂ ਜੀ ਨੇ ਨਹੀਂ ਮੰਨਣਾ। ਮੈਂ ਕਿਹਾ ਕਿ ਬਾਬਾ ਜੀ ਆਪ ਹੀ ਮਨਾ ਲੈਣਗੇ ਬਾਪੂ ਜੀ ਨੂੰ। ਮੇਰੀ ਬਾਬਾ ਜੀ ਨਾਲ ਗੱਲ ਹੋ ਗਈ। ਸੋ ਪੜ੍ਹਾਈ ਚੱਲਦੀ ਰਹੀ। ਸਾਡੇ ਇਮਤਿਹਾਨ ਆ ਗਏ। ਅਸੀਂ 10ਵੀਂ ਦੇ ਪੇਪਰ ਦਿੱਤੇ ਅਤੇ ਪਾਸ ਹੋ ਗਏ। ਮੇਰੀ 10ਵੀਂ ਵਿੱਚੋਂ ਫਸਟ ਡਿਵੀਜ਼ਨ ਆਈ। ਸਾਡੇ ਸਕੂਲ ਦੇ ਹੈੱਡ ਮਾਸਟਰ ਜੀ ਸਾਨੂੰ ਦੋਨਾਂ ਭੈਣਾਂ ਨੂੰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਮੰਨਦੇ ਸੀ। ਅਸੀਂ ਹੈ ਵੀ ਹੁਸ਼ਿਆਰ ਹੀ ਸੀ। ਮੇਰੀ ਛੋਟੀ ਭੈਣ ਮੇਰੇ ਨਾਲੋਂ 1 ਕਲਾਸ ਪਿੱਛੇ ਸੀ। ਉਹ ਪੜ੍ਹਾਈ ਵਿੱਚ ਮੇਰੇ ਨਾਲੋਂ ਤੇਜ਼ ਸੀ। ਉਸ ਦੇ ਹਰੇਕ ਪਾਠ ਬਹੁਤ ਜਲਦੀ ਯਾਦ ਹੁੰਦਾ ਸੀ। ਮੈਨੂੰ ਜ਼ਿਆਦਾ ਪੜ੍ਹਨਾ ਪੈਂਦਾ ਸੀ। ਅਸੀਂ ਦੋਨੋਂ ਭੈਣਾਂ ਲੈਂਪ ਦੀ ਰੋਸ਼ਨੀ ਵਿੱਚ ਪੜ੍ਹਦੀਆਂ ਸਾਂ। ਉਦੋਂ ਪਿੰਡਾਂ ਵਿੱਚ ਲਾਈਟ ਨਹੀਂ ਸੀ ਹੁੰਦੀ। ਅਸੀਂ ਸ਼ਾਮ ਨੂੰ ਆਪਣੇ ਲੈਂਪਾਂ ਦੀਆਂ ਕੱਚ ਦੀਆਂ ਚਿਮਨੀਆਂ ਸੁਆਹ ਨਾਲ ਮਾਂਜਣੀਆਂ ਅਤੇ ਕੱਪੜੇ ਨਾਲ ਸਾਫ਼ ਕਰਨੀਆਂ ਅਤੇ ਲੈਂਪਾਂ ਵਿੱਚ ਮਿੱਟੀ ਦਾ ਤੇਲ ਪਾਉਣਾ ਤਾਂ ਜੋ ਰਾਤ ਨੂੰ ਪੜ੍ਹਾਈ ਹੋ ਸਕੇ। ਅਸੀਂ ਲੈਂਪ ਸਾਫ਼ ਕਰਨ ਦੀਆਂ ਬਾਰੀਆਂ ਬੰਨ੍ਹੀਆਂ ਹੋਈਆਂ ਸੀ। ਇੱਕ ਦਿਨ ਲੈਂਪ ਦੀ ਸਫਾਈ ਉਹ ਕਰਦੀ ਅਤੇ ਇੱਕ ਦਿਨ ਮੈਂ। ਜਦੋਂ ਸਾਡੇ ਬਾਬਾ ਜੀ 10ਵੀਂ ਦੇ ਸਰਟੀਫਿਕੇਟ ਲੈਣ ਗਏ ਤਾਂ ਹੈੱਡ ਮਾਸਟਰ ਜੀ ਨੇ ਕਿਹਾ ਕਿ ਲੜਕੀ ਸਾਇੰਸ ਚਲਾ ਸਕਦੀ ਹੈ, ਇਸ ਨੂੰ ਸਾਇੰਸ ਦੀ ਪੜ੍ਹਾਈ ਕਰਾਉਣੀ। ਮੈਂ ਆਪਣੀ ਬੇਟੀ ਨੂੰ ਰਣਵੀਰ ਕਾਲਜ ਸੰਗਰੂਰ ਵਿਖੇ ਦਾਖਲ ਦਿਵਾਵਾਂਗਾ, ਤੁਸੀਂ ਵੀ ਰਣਵੀਰ ਕਾਲਜ ਵਿਖੇ ਪੜ੍ਹਨ ਲਗਾ ਦੇਣਾ। ਉੱਥੇ ਤਾਂ ਬਾਬਾ ਜੀ ਹਾਂ ਕਰਕੇ ਆ ਗਏ। ਘਰ ਆ ਕੇ ਮੈਂ ਵੀ ਰਣਵੀਰ ਕਾਲਜ ਸੰਗਰੂਰ ਵਿਖੇ ਪੜ੍ਹਾਈ ਕਰਨ ਦੀ ਜਿੱਦ ਕਰਨ ਲੱਗੀ। ਬਾਬਾ ਜੀ ਅਤੇ ਬਾਪੂ ਜੀ ਸਲਾਹ ਕਰਨ ਲੱਗ ਪਏ। ਮੈਂ ਕਿਹਾ ਮੈਂ ਪ੍ਰੀ ਮੈਡੀਕਲ ਵਿੱਚ ਦਾਖਲਾ ਲੈਣਾ ਹੈ। ਬਾਪੂ ਜੀ ਕਹਿਣ ਲੱਗੇ ਕਿ ਉਸ ਕਾਲਜ ਵਿੱਚ ਤਾਂ ਲੜਕੇ ਪੜ੍ਹਦੇ ਹਨ, ਸੋ ਅਸੀਂ ਲੜਕਿਆਂ ਵਾਲੇ ਕਾਲਜ ਵਿੱਚ ਨਹੀਂ ਪੜ੍ਹਾਉਣਾ। ਬੇਟਾ ਤੁਸੀਂ ਵੂਮੈਨ ਕਾਲਜ ਸੰਗਰੂਰ ਵਿਖੇ ਪੜ੍ਹਨ ਲੱਗ ਜਾਵੋ। ਮੈਂ ਕਿਹਾ ਉੱਥੇ ਮੈਡੀਕਲ ਨਹੀਂ ਹੈ। ਮੈਨੂੰ ਸਕੂਲ ਵਿੱਚ ਹੈੱਡ ਮਾਸਟਰ ਜੀ ਨੇ ਦੱਸਿਆ ਸੀ ਕਿ ਵੂਮੈਨ ਕਾਲਜ ਵਿੱਚ ਮੈਡੀਕਲ ਅਜੇ ਨਹੀਂ ਚੱਲਦਾ। ਸੋ ਮੈਂ ਵੀ ਜਿੱਦ ਕਰੀ ਬੈਠੀ ਸੀ ਕਿ ਮੈਂ ਮੈਡੀਕਲ ਦੀ ਪੜ੍ਹਾਈ ਕਰਨੀ ਹੈ, ਪਰ ਘਰ ਦੇ ਤਿਆਰ ਨਹੀਂ ਸੀ ਮੁੰਡਿਆਂ ਵਾਲੇ ਕਾਲਜ ਵਿੱਚ ਪੜ੍ਹਾਉਣ ਲਈ। ਸੋ ਕਈ ਦਿਨ ਇਸ ਤਰ੍ਹਾਂ ਹੀ ਚੱਲਦਾ ਰਿਹਾ। ਉੱਧਰ ਮੇਰੀ ਸਾਰਿਆਂ ਤੋਂ ਵੱਡੀ ਭੈਣ ਬਠਿੰਡੇ ਵੱਲ ਵਿਆਹੀ ਹੋਈ ਸੀ। ਉਸ ਨੂੰ ਵੀ ਪਤਾ ਸੀ ਕਿ ਮੈਂ ਨਰਸ ਬਣਨਾ ਚਾਹੁੰਦੀ ਹਾਂ। ਉਹ ਬਠਿੰਡੇ ਗਈ ਤਾਂ ਉਸ ਨੂੰ ਇੱਕ ਟੇਲਰ ਦੀ ਦੁਕਾਨ ਤੋਂ ਪਤਾ ਚੱਲਿਆ ਕਿ ਪਟਿਆਲੇ ਨਰਸਾਂ ਦੇ ਕੋਰਸ ਲਈ ਸੀਟਾਂ ਕੱਢੀਆਂ ਹਨ। ਉਹ ਟੇਲਰ ਦਾ ਬੇਟਾ ਪਟਿਆਲੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਸੋ ਮੇਰੀ ਭੈਣ ਉਸ ਪਾਸੋਂ ਅਖਬਾਰ ਲੈ ਕੇ ਸਾਡੇ ਪਿੰਡ ਆ ਗਈ ਅਤੇ ਆ ਕੇ ਦੱਸਿਆ। ਫਿਰ ਕੀ ਸੀ, ਮੈਨੂੰ ਤਾਂ ਬਹੁਤ ਖੁਸ਼ੀ ਚੜ੍ਹੀ ਕਿਉਂਕਿ ਉਸ ਵਿੱਚ ਕੁਆਲੀਫਿਕੇਸ਼ਨ ਵੀ 10ਵੀਂ ਹੀ ਸੀ। ਮੈਂ ਅੱਗੇ ਪੜ੍ਹਨ ਦੀ ਜਿੱਦ ਛੱਡ ਕੇ ਕੋਰਸ ਲਈ ਤਿਆਰ ਹੋ ਗਈ। ਮੈਂ ਬਾਪੂ ਜੀ ਨੂੰ ਕਿਹਾ ਕਿ ਉੱਥੇ ਤਾਂ ਲੜਕੀਆਂ ਹੀ ਪੜ੍ਹਦੀਆਂ ਹਨ ਅਤੇ ਰਹਿਣ ਲਈ ਹੋਸਟਲ ਵੀ ਹੈ, ਤੁਹਾਡਾ ਖਰਚਾ ਵੀ ਘੱਟ ਹੋਵੇਗਾ। ਕਿਉਂਕਿ 50 ਰੁਪਏ ਮਹੀਨਾ ਸਟਾਈਫਨ ਵੀ ਮਿਲਣਾ ਸੀ। ਕੋਰਸ ਕਰਨ ਤੋਂ ਪਿੱਛੋਂ ਨੌਕਰੀ ਵੀ ਪੱਕੀ ਸੀ ਕਿਉਂਕਿ ਬੌਂਡ ਵੀ ਭਰਿਆ ਜਾਣਾ ਸੀ। ਔਖੇ ਸੌਖੇ ਬਾਪੂ ਜੀ ਅਤੇ ਬਾਬਾ ਜੀ ਮੰਨ ਗਏ ਅਤੇ ਬਾਬਾ ਜੀ ਪਟਿਆਲੇ ਗਏ ਅਤੇ ਲੇਡੀ ਡਾਫਨ ਹਸਪਤਾਲ ਪਟਿਆਲਾ ਵਿਖੇ ਕੋਰਸ ਲਈ ਫਾਰਮ ਲੈ ਕੇ ਆ ਗਏ, ਜੋ ਕਿ ਅੱਜ ਕੱਲ੍ਹ ਮਾਤਾ ਕਸ਼ਲਿਆ ਹਸਪਤਾਲ ਦੇ ਨਾਂ ਨਾਲ ਮਸ਼ਹੂਰ ਹੈ। ਮੇਰੇ ਸਾਹ ਵਿੱਚ ਸਾਹ ਆਇਆ ਕਿ ਚਲੋ ਜੀ ਹੁਣ ਮੇਰੀ ਪੜ੍ਹਾਈ ਅੱਗੇ ਸ਼ੁਰੂ ਹੋ ਜਾਵੇਗੀ।
ਹੁਣ ਮੈਂ ਤੁਹਾਨੂੰ ਅਗਲੇ ਵੀਡੀਓ ਵਿੱਚ ਆਪਣੀ ਅਗਲੀ ਟ੍ਰੇਨਿੰਗ ਬਾਰੇ ਦੱਸਾਂਗੀ। ਜੇਕਰ ਤੁਹਾਨੂੰ ਮੇਰਾ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਸਤਿ ਸ੍ਰੀ ਅਕਾਲ ਜੀ।